ਧੰਨ ਵਾਹਿਗੁਰੂ ਸਾਹਿਬ ਜੀਓ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ। ਕਰ ਕਿਰਪਾ ਕਿਲ ਵਿਖ ਕੱਟੇ, ਗਿਆਨ ਅੰਜਨ ਸਾਰਿਆ। ਅੰਦਰੋਂ ਜਿਨ ਕਾ ਮੋਹ ਟੁੱਟਾ, ਤਿਨ ਕਾ ਸ਼ਬਦ ਸਚੈ ਸਵਾਰਿਆ। ਕਹਿ ਨਾਨਕ ਇਹ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਕਹਿ ਨਾਨਕ ਇਹ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਪਰਮ ਸਨਮਾਨਯੋਗ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਆਓ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਦਾ ਸਦਕਾ ਆਨੰਦ ਸਾਹਿਬ ਦੀ ਪਾਵਨ ਬਾਣੀ ਦੀ ਲੜੀਵਾਰ ਵਿਚਾਰ ਨੂੰ ਸਮਝਦਿਆਂ ਹੋਇਆਂ ਸਤਵੀਂ ਪੌੜੀ ਦਾ ਪਾਠ ਆਪਾਂ ਬੜੇ ਪਿਆਰ ਅਦਬ ਸਹਿਤ ਹੁਣੇ ਸਰਵਣ ਕੀਤਾ ਹੈ। ਸਤਿਗੁਰੂ ਜੀ ਮਿਹਰਾਮਤ ਕਰਨ ਇਸ ਪਾਵਨ ਪੌੜੀ ਨੂੰ ਗੁਰਮਤਿ ਦੇ ਸਿਧਾਂਤਾਂ ਦੇ ਮੁਤਾਬਕ ਸਮਝਣ ਦਾ ਯਤਨ ਕਰੀਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਕਲਗੀਧਰ ਪਿਤਾ ਵੱਲੋਂ ਬਖਸ਼ਿਸ਼ ਕੀਤੀ ਹੋਈ ਗੁਰ ਫਤਿਹ ਦੇ ਨਾਲ ਸਾਂਝ ਪਾਈਏ ਜੀ। ਪ੍ਰਵਾਨੋ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ, ਜਿਨ੍ਹਾਂ ਦੀ ਆਪਾਂ ਮੁਬਾਰਕ ਬਾਣੀ ਨੂੰ ਲਗਾਤਾਰ ਸਮਝਣ ਦਾ ਯਤਨ ਕਰ ਰਹੇ ਹਾਂ, ਸੋ ਇਸ ਪਾਵਨ ਬਾਣੀ ਦੀ 7ਵੀਂ ਪੌੜੀ, ਜਿਸ ਦਾ ਪਾਠ ਆਪਾਂ ਹੁਣੇ ਬੜੇ ਪਿਆਰ ਸਹਿਤ ਸਰਵਣ ਕੀਤਾ ਹੈ, ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਜਿਵੇਂ ਕਿ ਆਰੰਭ ਦੇ ਵਿੱਚ ਹੀ ਇਸ ਗੱਲ ਨੂੰ ਆਪ ਜੀਆਂ ਦੇ ਨਾਲ ਸਾਂਝਿਆ ਕੀਤਾ ਸੀ ਕਿ ਹਰ ਇੱਕ ਇਨਸਾਨ ਆਪਣੇ ਜੀਵਨ ਦੇ ਅੰਦਰ ਆਨੰਦ ਚਾਹੁੰਦਾ ਹੈ। ਆਨੰਦ ਦੇ ਅੱਖਰੀ ਅਰਥ ਨੇ ਪ੍ਰਸੰਨਤਾ, ਖੁਸ਼ੀ, ਖੇੜਾ, ਸੁਖ ਤੇ ਇਤਫਾਕੀਆ ਇਸ ਪਾਵਨ ਬਾਣੀ ਦਾ ਜਿਹੜਾ ਨਾਮ ਹੈ ਉਹ ਵੀ ਆਨੰਦ ਹੈ। ਜਦੋਂ ਆਪਾਂ ਸਿਰਲੇਖ ਪੜ੍ਹਦੇ ਹਾਂ, ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਸੋ ਬੇਨਤੀ ਕਰ ਰਿਹਾ ਸੀ, ਹਰ ਇੱਕ ਇਨਸਾਨ ਆਪਣੇ ਜੀਵਨ ਦੇ ਅੰਦਰ
ਆਨੰਦ ਲੋਚਦਾ ਹੈ, ਪ੍ਰਸੰਨਤਾ ਤੇ ਖੁਸ਼ੀ ਨੂੰ ਚਾਹੁੰਦਾ ਹੈ। ਤੇ ਆਰੰਭ ਦੇ ਵਿੱਚ ਜਿੱਦਣ ਆਪਾਂ ਇਸ ਪਾਵਨ ਪੌੜੀ ਦੀ, ਇਸ ਪਾਵਨ ਬਾਣੀ ਦੀ ਵਿਚਾਰ ਨੂੰ ਆਰੰਭ ਕੀਤਾ ਸੀ, ਉਸ ਦਿਨ ਹੀ ਮੈਂ ਇਹ ਬੇਨਤੀ ਆਪ ਜੀਆਂ ਦੇ ਨਾਲ ਸਾਂਝੀ ਕੀਤੀ ਸੀ ਕਿ ਅਸੀਂ ਪ੍ਰਸੰਨਤਾ ਚਾਹੁੰਦੇ ਤੇ ਹਾਂ, ਅਸੀਂ ਖੁਸ਼ੀ ਚਾਹੁੰਦੇ ਤੇ ਹਾਂ, ਆਨੰਦ ਚਾਹੁੰਦੇ ਤੇ ਹਾਂ, ਪਰ ਉਹ ਆਨੰਦ ਅਸੀਂ ਮਟੀਰੀਅਲ ਦੇ ਵਿੱਚੋਂ ਪ੍ਰਾਪਤ ਕਰਨਾ ਚਾਹੁੰਦੇ ਹਾਂ, ਪਦਾਰਥਾਂ ਦੇ ਵਿੱਚੋਂ। ਕੋਈ ਸ਼ੱਕ ਨਹੀਂ, ਮਟੀਰੀਅਲ ਦੇ ਵਿੱਚੋਂ ਸਾਨੂੰ ਆਨੰਦ ਤਾਂ ਪ੍ਰਾਪਤ ਹੋ ਸਕਦਾ ਹੈ, ਖੁਸ਼ੀ ਮਿਲ ਸਕਦੀ ਹੈ, ਪ੍ਰਸੰਨਤਾ ਮਿਲ ਸਕਦੀ ਹੈ, ਪਰ ਉਹ ਪ੍ਰਸੰਨਤਾ ਜਿਹੜੀ ਹੈ ਉਹ ਕੁਝ ਕੁ ਪਲ ਦੀ ਹੈ, ਉਹ ਖੁਸ਼ੀ ਜਿਹੜੀ ਹੈ ਉਹ ਕੁਝ ਕੁ ਪਲਾਂ ਦੀ ਹੋ ਸਕਦੀ ਹੈ, ਕੁਝ ਕੁ ਘੰਟਿਆਂ ਦੀ ਹੋ ਸਕਦੀ ਹੈ, ਕੁਝ ਕੁ ਮਹੀਨਿਆਂ ਦੀ, ਦਿਨਾਂ ਦੀ, ਸਾਲਾਂ ਦੀ ਹੋ ਸਕਦੀ ਹੈ, ਪਰ ਉਹ ਪ੍ਰਸੰਨਤਾ ਜਿਹੜੀ ਹੈ ਉਹ ਸਦੀਵੀ ਨਹੀਂ ਹੋ ਸਕਦੀ। ਐਗਜ਼ਾਮਪਲ ਦੇ ਤੌਰ ਤੇ ਮੰਨ ਕੇ ਚੱਲੋ ਵੀ ਅੱਜ ਕਿਸੇ ਇਨਸਾਨ ਨੇ ਕੁਝ ਨਵਾਂ ਬਣਾਇਆ ਹੈ ਜਾਂ ਨਵਾਂ ਖਰੀਦਿਆ ਹੈ, ਅੱਜ ਉਹਦੇ ਮਨ ਦੇ ਅੰਦਰ ਇੱਕ ਖੁਸ਼ੀ ਹੈ, ਇੱਕ ਪ੍ਰਸੰਨਤਾ ਹੈ। ਕੋਈ ਨਵੀਂ ਗੱਡੀ ਲੈ ਕੇ ਆਇਆ ਹੈ, ਕਿਸੇ ਨੇ ਨਵੇਂ ਕੱਪੜੇ ਖਰੀਦੇ ਨੇ, ਕਿਸੇ ਨੇ ਨਵਾਂ ਬਿਜ਼ਨਸ ਜਿਹੜਾ ਹੈ ਉਹ ਬਣਾਇਆ ਹੈ, ਕਿਸੇ ਨੇ ਨਵਾਂ ਘਰ ਬਣਾਇਆ ਹੈ। ਉਹ ਉਸ ਨੂੰ ਬਣਾ ਕਰਕੇ ਅੱਜ ਖੁਸ਼ ਹੈ, ਅੱਜ ਪ੍ਰਸੰਨ ਹੈ। ਜਿਵੇਂ ਜਿਵੇਂ ਉਹ ਪੁਰਾਤਨਤਾ ਦੇ ਵੱਲ ਵੱਧਦਾ ਜਾਵੇਗਾ, ਉਵੇਂ ਉਵੇਂ ਸਾਡੀ ਖੁਸ਼ੀ ਘਟਦੀ ਜਾਵੇਗੀ। ਜੇ ਘਰ ਨਵਾਂ ਬਣਾਇਆ ਹੈ ਤੇ ਜਿਵੇਂ ਜਿਵੇਂ ਘਰ ਪੁਰਾਣਾ ਹੁੰਦਾ ਜਾਵੇਗਾ, ਉਵੇਂ ਉਵੇਂ ਸਾਡਾ ਆਨੰਦ, ਉਵੇਂ ਉਵੇਂ ਸਾਡੀ ਖੁਸ਼ੀ ਜਿਹੜੀ ਹੈ ਉਹ ਘਟਦੀ ਜਾਵੇਗੀ। ਸੋ ਮਟੀਰੀਅਲ ਦੇ ਵਿੱਚੋਂ ਪ੍ਰਾਪਤ ਕੀਤੀ ਖੁਸ਼ੀ, ਪ੍ਰਾਪਤ ਕੀਤਾ ਆਨੰਦ ਜਿਹੜਾ ਹੈ ਉਹ ਕਦੇ ਵੀ ਸਥਿਰ ਨਹੀਂ ਹੈ, ਸਦੀਵੀ ਨਹੀਂ ਹੈ। ਇਸੇ ਕਰਕੇ ਸਤਿਗੁਰੂ ਜੀ ਦੀ ਮੁਬਾਰਕ ਬਾਣੀ ਦਾ ਮੈਂ ਪਿਛਲੇਰੇ ਦਿਨੀ ਵੀ ਇਹ ਹਵਾਲਾ ਦਿੱਤਾ ਸੀ, ਮੈਂ ਫਿਰ ਇਹ ਆਪ ਜੀ ਦੇ ਸਾਹਮਣੇ ਇਹ ਪਾਵਨ ਬੋਲ ਰੱਖਦੇ ਹਾਂ। ਸਤਿਗੁਰੂ ਜੀ ਕਹਿਣ ਲੱਗੇ, ਅਬਿਨਾਸ਼ੀ ਖੇਮ ਚਾਹੇ ਜੇ ਨਾਨਕ, ਸਦਾ ਸਿਮਰ ਨਾਰਾਇਣ। ਜੇ ਤੂੰ ਸਦੀਵੀ ਆਨੰਦ ਚਾਹੁੰਦਾ ਹੈ, ਸਦੀਵੀ ਪ੍ਰਸੰਨਤਾ ਚਾਹੁੰਦਾ ਹੈ, ਤੇ ਫਿਰ ਸਦਾ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਮ ਨੂੰ ਯਾਦ ਰੱਖ, ਧਿਆ। ਤੇ ਨਾਮ ਨੂੰ ਧਿਆਉਣ ਦਾ ਮਤਲਬ ਹੈ ਸਦਾ ਉਹਦੇ ਗੁਣਾਂ ਨੂੰ, ਉਹਦੇ ਹੁਕਮ ਨੂੰ, ਉਹਦੇ ਸੱਚੇ ਗਿਆਨ ਨੂੰ ਆਪਣੇ ਜੀਵਨ ਦਾ ਆਧਾਰ ਬਣਾ। ਇਤਿਹਾਸ ਦੇ ਪੰਨੇ ਨੇ ਵੀ ਜਿੱਦਣ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਕਿਲਿਆਂ ਦੀ ਉਸਾਰੀ ਕਰਦੇ ਨੇ, ਉਹਨਾਂ ਦੇ ਜੀਵਨ ਦੇ ਅੰਦਰ ਉਦਣ ਵੀ ਉਹੋ ਜਿਹੀ ਖੁਸ਼ੀ ਹੈ। ਤੇ ਜਿੱਦਣ ਸਤਿਗੁਰੂ ਜੀ ਕੱਚੀ ਗੜੀ ਦੇ ਵਿੱਚ ਨੇ, ਜਿੱਦਣ ਸਤਿਗੁਰੂ ਜੀ ਮਾਛੀਵਾੜੇ ਦੀਆਂ ਜੰਗਲਾਂ ਦੇ ਵਿੱਚ ਨੇ, ਜਿੱਦਣ ਗੁਰੂ ਸਾਹਿਬ ਜੀ ਦੇ ਪੈਰਾਂ ਦੇ ਵਿੱਚ ਜੋੜਾ ਵੀ ਨਹੀਂ ਤੇ ਜਾਮਾ ਵੀ ਲੀਰੋ ਲੀਰ ਹੈ, ਉਦਣ ਵੀ ਸਤਿਗੁਰੂ ਜੀ ਉਸੇ ਖੁਸ਼ੀ ਦੇ ਵਿੱਚ ਹੈ, ਉਸੇ ਆਨੰਦ ਦੇ ਵਿੱਚ ਨੇ। ਸੋ ਗੁਰੂ ਸਾਹਿਬ ਜੀ ਸਾਨੂੰ ਇਹ ਗੱਲ ਸਮਝਾ ਰਹੇ ਨੇ ਕਿ ਆਨੰਦ ਜਿਹੜਾ ਹੈ ਇਹ ਮਟੀਰੀਅਲ ਦੇ ਵਿੱਚੋਂ ਨਹੀਂ ਪ੍ਰਾਪਤ ਹੋਣਾ। ਆਨੰਦ ਪ੍ਰਾਪਤ ਹੋਣਾ ਹੈ ਗੁਣਾਂ ਦੇ ਵਿੱਚੋਂ, ਸੱਚ ਦੇ ਵਿੱਚੋਂ, ਹੁਕਮ ਰਜ਼ਾਈ ਦੇ ਉੱਤੇ ਤੁਰਿਆ। ਅੱਜ ਦੀ ਇਸ ਪੌੜੀ ਦੇ ਅੰਦਰ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ। ਸਤਿਗੁਰੂ ਜੀ ਕਹਿਣ ਲੱਗੇ, ਆਨੰਦ ਆਨੰਦ ਸਭ ਕੋ ਕਹੈ। ਆਨੰਦ ਦੇ ਅਰਥ ਨੇ ਪ੍ਰਸੰਨਤਾ। ਸਭ ਕੋ ਕਹੈ, ਹਰ ਕੋਈ ਇਨਸਾਨ ਆਖਣ ਨੂੰ ਤਾਂ ਇਹ ਗੱਲ ਕਹਿ ਰਿਹਾ ਹੈ। ਸਤਿਗੁਰੂ ਜੀ ਕਹਿ ਲੱਗੇ, ਜ਼ੁਬਾਨੀ ਤੌਰ ਤੇ ਤਾਂ ਇਹ ਗੱਲ ਕਹੀ ਜਾ ਰਹੀ ਹੈ, ਜ਼ੁਬਾਨ ਤਾਂ ਇਹ ਗੱਲ ਬਾਰ-ਬਾਰ ਕਹਿ ਰਹੀ ਹੈ,
ਬੜਾ ਆਨੰਦ ਹੈ, ਬੜੀਆਂ ਮੌਜਾਂ ਨੇ ਜੀ। ਤੁਸੀਂ ਵੇਖੋ, ਕਿਸੇ ਵੀ ਇਨਸਾਨ ਨੂੰ ਆਪਾਂ ਵੇਖਦੇ ਹਾਂ, ਉਹਨੂੰ ਪੁੱਛੀਏ ਵੀ ਭਾਈ ਕੀ ਹਾਲ ਚਾਲ ਹੈ, ਉਹ ਕਹਿੰਦਾ ਅੱਗੋਂ ਆਨੰਦ ਹੈ ਜੀ, ਬੜੀ ਕਿਰਪਾ ਹੈ, ਬੜੀਆਂ ਮੌਜਾਂ ਲੱਗੀਆਂ ਨੇ। ਪਰ ਅਗਲੇ ਕੁਝ ਕੁ ਪਲਾਂ ਦੇ ਵਿੱਚ ਜਦੋਂ ਉਹਦੇ ਕੋਲ ਆਪਾਂ ਬੈਠਾਂਗੇ, ਜਦੋਂ ਉਹਦੇ ਕੋਲ ਆਪਾਂ ਕਿਤੇ 10 15 ਮਿੰਟ 20 ਮਿੰਟ ਬੈਠੀਏ, ਤੇ ਪਤਾ ਉਦੋਂ ਲੱਗਦਾ ਵੀ ਇਹਨਾਂ 10 20 ਮਿੰਟਾਂ ਦੇ ਵਿੱਚ ਤੇ ਮੌਜ ਇੱਕ ਵੀ ਨਜ਼ਰ ਨਹੀਂ ਆਈ। ਜਿਹੜਾ ਅਜੇ 15 ਮਿੰਟ ਪਹਿਲਾਂ ਕਹਿ ਰਿਹਾ ਸੀ ਬੜਾ ਆਨੰਦ ਹੈ, ਜਦੋਂ ਮਿਲੇ ਸੀ ਤੇ ਉਦੋਂ ਉਹ ਸਾਹਮਣੇ ਵਾਲੇ ਨੇ ਪੁੱਛਿਆ ਵੀ ਭਾਜੀ ਕੀ ਹਾਲ ਜੇ, ਤੇ ਕਹਿੰਦਾ ਸੀ ਬੜਾ ਆਨੰਦ ਹੈ। ਹੁਣ ਜਦੋਂ ਭਾਜੀ ਦੇ ਕੋਲ ਬੈਠਾ ਹੈ ਤੇ 15 ਮਿੰਟ ਭਾਜੀ ਦੇ ਕੋਲ ਬੈਠਾ, ਤੇ 15 ਮਿੰਟਾਂ ਦੇ ਵਿੱਚ ਭਾਜੀ ਨੇ ਗੱਲਾਂ ਜਿੰਨੀਆਂ ਵੀ ਕੀਤੀਆਂ ਨੇ ਉਹ ਸਾਰੀਆਂ ਢਹਿੰਦੀ ਕਲਾ ਵਾਲੀਆਂ ਕੀਤੀਆਂ ਨੇ, ਸਾਰੀਆਂ ਦੁਖੀ ਹੋ ਕੇ ਤੇ ਅੰਦਰੋਂ ਉਲਾਮੇ ਦਿੰਦਿਆਂ ਕੀਤੀਆਂ ਨੇ। ਕਿਤੇ ਉਹ ਰੱਬ ਨੂੰ ਉਲਾਮੇ ਦੇ ਰਿਹਾ, ਕਿਤੇ ਗੁਰੂ ਨੂੰ ਉਲਾਮੇ ਦੇ ਰਿਹਾ, ਕਿਤੇ ਆਪਣੇ ਜੀਵਨ ਨੂੰ ਉਲਾਮੇ ਦੇ ਰਿਹਾ, ਕਿਤੇ ਉਹ ਆਪਣੇ ਆਪ ਨੂੰ ਉਲਾਮੇ ਦੇ ਰਿਹਾ। ਫਿਰ 15 ਮਿੰਟ ਜਿਹੜੀ ਗੱਲ ਜ਼ੁਬਾਨ ਨੇ ਕਹੀ ਸੀ, ਉਹ ਗੱਲ ਕਿੱਥੇ ਹੈ, ਉਹ ਆਨੰਦ ਕਿੱਥੇ ਹੈ ਜਿਹੜੀ ਗੱਲ 15 ਮਿੰਟ ਪਹਿਲਾਂ ਜ਼ੁਬਾਨ ਕਹਿੰਦੀ ਸੀ ਵੀ ਬੜਾ ਆਨੰਦ ਹੈ। ਸੋ ਇਸ ਦਾ ਕਾਰਨ ਇਹ ਹੈ ਕਿ ਆਨੰਦ ਕਹਿਣਾ ਤੇ ਉਸ ਆਨੰਦ ਨੂੰ ਮੰਨਣਾ, ਇਹ ਬਿਲਕੁਲ ਦੋ ਗੱਲਾਂ ਨੇ। ਜਿਵੇਂ ਆਪਾਂ ਬਾਣੀ ਦੇ ਵਿੱਚੋਂ ਪੜ੍ਹਦੇ ਹਾਂ ਨਾ, ਸਤਿਗੁਰੂ ਜੀ ਕਹਿੰਦੇ ਨੇ ਗੱਲੀ ਜੋਗ ਨਾ ਹੋਈ, ਜਾਂ ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ। ਗੁਰੂ ਸਾਹਿਬ ਜੀ ਕਹਿੰਦੇ ਨੇ ਜਿਵੇਂ ਪਰਮਾਤਮਾ ਦਾ ਨਾਮ ਜ਼ੁਬਾਨ ਦੇ ਨਾਲ ਕਹਿਣਾ ਇੱਕ ਅਲੱਗ ਬਾਤ ਹੈ, ਪਰ ਉਸ ਨਾਮ ਨੂੰ ਆਪਣੇ ਅੰਦਰ ਓਬਜ਼ਰਵ ਕਰ ਲੈਣਾ ਇਹ ਬਿਲਕੁਲ ਅਲੱਗ ਗੱਲ ਹੈ। ਉਵੇਂ ਹੀ ਆਨੰਦ ਦੀ ਗੱਲ ਹੈ। ਜ਼ੁਬਾਨ ਦੇ ਨਾਲ ਇਹ ਗੱਲ ਕਹਿ ਦੇਣੀ ਵੀ ਬੜਾ ਆਨੰਦ ਹੈ, ਬੜੀਆਂ ਮੌਜਾਂ ਲੱਗੀਆਂ ਨੇ ਜੀ, ਪਰ ਇਸ ਆਨੰਦ ਨੂੰ ਕਰਮਾਂ ਦੇ ਵਿੱਚੋਂ, ਜੀਵਨ ਦੇ ਵਿੱਚੋਂ ਉਤਪੰਨ ਕਰਨਾ, ਅੰਦਰੋਂ ਇਸ ਆਨੰਦ ਦਾ, ਇਸ ਪ੍ਰਸੰਨਤਾ ਦਾ ਹੁਲਾਰਾ ਮਿਲਣਾ, ਇਹ ਹੁਲਾਰਾ ਅੱਜ ਨਜ਼ਰ ਨਹੀਂ ਆ ਰਿਹਾ। ਅੱਜ ਤੁਸੀਂ ਵੇਖੋ ਹਰ ਇੱਕ ਇਨਸਾਨ ਜਿਹੜਾ ਹੈ ਉਹ ਅਸ਼ਾਂਤ ਹੈ, ਦੁਖੀ ਹੈ, ਚਿੰਤਾਵਾਂ ਦੇ ਵਿੱਚ ਹੈ, ਟੈਨਸ਼ਨਾਂ ਦੇ ਵਿੱਚ ਹੈ, ਪਰ ਜ਼ੁਬਾਨ ਕਹਿ ਰਹੀ ਹੈ ਬੜਾ ਆਨੰਦ ਹੈ। ਸੋ ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ ਆਨੰਦ ਆਨੰਦ ਸਭ ਕੋ ਕਹੈ। ਕਹਿਣ ਨੂੰ ਤਾਂ ਹਰ ਇੱਕ ਮਨੁੱਖ ਕਹਿ ਰਿਹਾ ਹੈ ਬੜਾ ਆਨੰਦ ਹੈ, ਬੜੀ ਪ੍ਰਸੰਨਤਾ ਹੈ ਜੀਵਨ ਦੇ ਅੰਦਰ, ਜ਼ੁਬਾਨ ਹਰ ਇੱਕ ਦੀ ਕਹਿ ਰਹੀ ਹੈ, ਪਰ ਸਤਿਗੁਰੂ ਜੀ ਕਹਿੰਦੇ ਅਸਲ 'ਚ ਆਨੰਦ ਹੁੰਦਾ ਨਹੀਂ ਹੈ। ਅਸਲ 'ਚ ਜੋ ਜੋ ਦਿਸੈ ਸੋ ਸੋ ਰੋਗੀ ਵਾਲੀ ਇਹ ਗੱਲ ਬਣੀ ਪਈ ਹੈ। ਅਸਲ ਦੇ ਵਿੱਚ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਕਿਸ ਪਹਿ ਖੋਲੂ ਗੰਠੜੀ ਸਭ ਆਪਣੇ ਹੀ ਦੁੱਖ ਭਰਿਆ। ਹਰ ਇੱਕ ਇਨਸਾਨ ਅੰਦਰ ਆਪਣੇ ਦੁੱਖਾਂ ਦੇ ਨਾਲ ਭਰਿਆ ਪਿਆ ਹੈ, ਪਰ ਜ਼ੁਬਾਨ ਆਨੰਦ ਕਹਿ ਰਹੀ ਹੈ। ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ, ਸਤਿਗੁਰੂ ਜੀ ਕਹਿੰਦੇ ਆਨੰਦ ਆਨੰਦ ਸਭ ਕੋ ਕਹੈ। ਕਹਿਣ ਨੂੰ ਤਾਂ ਹਰ ਕੋਈ ਇਹ ਗੱਲ ਕਹਿ ਰਿਹਾ ਹੈ, ਪਰ ਅਸਲ ਆਨੰਦ ਕੀ ਹੈ, ਅੰਦਰਲਾ ਆਨੰਦ ਕੀ ਹੈ, ਅੰਦਰਲੀ ਪ੍ਰਸੰਨਤਾ ਕੀ ਹੈ, ਅੰਦਰਲੀ ਖੁਸ਼ੀ ਕੀ ਹੈ। ਗੁਰੂ ਸਾਹਿਬ ਜੀ ਕਹਿਣ ਲੱਗੇ ਇਹ ਤਾਂ ਆਨੰਦ ਗੁਰੂ ਤੇ ਜਾਣਿਆ। ਇਸ ਆਨੰਦ ਦਾ ਪਤਾ ਤੇ ਫਿਰ ਗੁਰੂ ਦੇ ਕੋਲ ਆਇਆ ਹੀ ਪਤਾ ਲੱਗਣਾ ਹੈ। ਇਸ ਅੰਦਰਲੀ ਖੁਸ਼ੀ ਦਾ ਅਹਿਸਾਸ ਤਾਂ ਗੁਰੂ ਦੇ ਨਾਲ ਸੰਗਤ ਕੀਤਿਆਂ ਹੀ ਅਹਿਸਾਸ ਹੋਣਾ ਹੈ। ਇਸ ਅੰਦਰਲੀ ਖੁਸ਼ੀ ਦਾ, ਇਸ ਅੰਦਰਲੇ ਆਨੰਦ ਦਾ ਪਤਾ ਤਾਂ ਗੁਰੂ ਨੇ ਦੱਸਣਾ ਵੀ ਆਹ ਆਨੰਦ ਹੈ। ਇਤਿਹਾਸ ਦੇ ਆਪਾਂ ਪੰਨੇ ਪੜ੍ਹਦੇ ਹਾਂ, ਸਾਧ ਸੰਗਤ ਜੀ, ਭਾਈ ਤੀਰਥਾ ਜੀ, ਜਿਨ੍ਹਾਂ ਨੂੰ ਇਤਿਹਾਸ ਦੇ ਵਿੱਚ ਆਪਾਂ
ਭਾਈ ਮੰਝ ਜੀ ਕਰਕੇ ਯਾਦ ਕਰਦੇ ਹਾਂ। ਉਹਨਾਂ ਦਾ ਪਹਿਲਾ ਨਾਮ ਹੈ ਭਾਈ ਤੀਰਥਾ ਜੀ। ਇਹ ਸਖੀ ਸਰਵਰੀਆਂ ਦੇ ਬੜੇ ਵੱਡੇ ਪੁਜਾਰੀ ਨੇ। ਘਰ ਦੇ ਵਿੱਚ ਪੀਰਖਾਨਾ ਬਣਿਆ, ਹਰ ਵੀਰਵਾਰ ਇਹ ਆਪਣੇ ਘਰ ਦੇ ਵਿੱਚ ਉਸ ਸਖੀ ਸਰਵਰੀਏ ਨਿਗਾਹੇ ਵਾਲੇ ਪੀਰ ਦੀ ਸੰਗਤ ਕਰਦੇ ਨੇ। ਸੰਗਤ ਜੁੜਦੀ ਹੈ, ਉਹਦੀ ਉਸਤਤ ਦੇ ਵਿੱਚ ਕੁਝ ਕਿਹਾ ਜਾਂਦਾ ਹੈ। ਇਲਾਕੇ ਦੇ ਚੌਧਰੀ ਨੇ ਭਾਈ ਤੀਰਥਾ ਜੀ, ਭਾਈ ਮੰਝ ਜੀ। ਪੀਰਾਂ ਦੇ ਬੜੇ ਆਪਾਂ ਕਹਿ ਸਕਦੇ ਹਾਂ ਵੀ ਉਪਾਸ਼ਕ ਨੇ। ਜਿਵੇਂ ਅੱਜ ਦੇ ਸਮੇਂ ਦੇ ਵਿੱਚ ਨਹੀਂ ਆਪਾਂ ਵੇਖਦੇ, ਹਾਲਾਂਕਿ ਭਾਈ ਮੰਝ ਉਸ ਵੇਲੇ ਸਿੱਖੀ ਦੇ ਵਿੱਚ ਨਹੀਂ ਆਏ। ਭਾਈ ਮੰਝ ਜੀ ਉਸ ਵੇਲੇ ਸਿੱਖੀ ਦੇ ਵਿੱਚ ਨਹੀਂ ਹੈ ਜਦੋਂ ਉਹ ਪੀਰਾਂ ਦੀ ਉਪਾਸਨਾ ਕਰ ਰਹੇ ਨੇ। ਪਰ ਅੱਜ ਦੇ ਸਾਡੇ ਸਿੱਖ ਤਾਂ ਉਹ ਸਿੱਖੀ ਦੇ ਵਿੱਚ ਵੀ ਨੇ, ਆਪਣੇ ਆਪ ਨੂੰ ਸਿੱਖ ਵੀ ਅਖਵਾ ਰਹੇ ਨੇ, ਤੇ ਉਹ ਪੀਰਾਂ ਦੇ ਵੀ ਉਪਾਸ਼ਕ ਬਣੇ ਪਏ ਨੇ। ਉਹਨਾਂ ਨੇ ਹੱਥਾਂ ਦੇ ਵਿੱਚ ਦੀਵੇ ਫੜ ਕੇ, ਹੱਥਾਂ ਦੇ ਵਿੱਚ ਤੇਲ ਵਾਲੀਆਂ ਕੋਲੀਆਂ ਫੜੀਆਂ ਹੁੰਦੀਆਂ ਨੇ, ਦੀਵੇ ਫੜੇ ਹੁੰਦੇ ਨੇ। ਕਿੱਥੇ ਚੱਲੇ ਆ ਜੀ? ਪੀਰ ਦੀ ਮੜੀ ਦੇ ਉੱਤੇ ਦੀਵਾ ਜਗਾਉਣ ਚੱਲੇ ਆ, ਫਲਾਣੀ ਢੇਰੀ ਦੇ ਉੱਤੇ ਦੀਵਾ ਜਗਾਉਣ ਚੱਲੇ ਆ, ਫਲਾਣੇ ਜੰਡ ਥੱਲੇ ਦੀਵਾ ਜਗਾਉਣ ਚੱਲੇ ਆ, ਫਲਾਣੇ ਦਰਖਤ ਥੱਲੇ ਅਸੀਂ ਦੀਵਾ ਬਾਲਣ ਚੱਲੇ ਆ। ਸੋ ਬੇਨਤੀ ਕਰੇ ਸੀ ਭਾਈ ਮੰਝ ਜੀ, ਜਿਨ੍ਹਾਂ ਦਾ ਪਹਿਲਾ ਨਾਮ ਹੈ ਭਾਈ ਤੀਰਥਾ। ਇਹ ਜਦੋਂ ਸਖੀ ਸਰਵਰੀਏ ਦੇ ਦਰਸ਼ਨਾਂ ਨੂੰ ਗਏ ਨੇ ਨਾ ਨਿਗਾਹੇ, ਤੇ ਆਉਂਦੇ ਹੋਏ ਇਹਨਾਂ ਦੇ ਮਨ ਦੇ ਅੰਦਰ ਖਿਆਲਾਤ ਆਇਆ ਵੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੀ ਬੜੀ ਵਡਿਆਈ ਇਲਾਕੇ ਦੇ ਵਿੱਚ ਸੁਣੀਏ, ਕਿਉਂ ਨਾ ਉਹਨਾਂ ਦੇ ਦਰਸ਼ਨ ਕਰਕੇ ਜਾਈਏ। ਆਉਂਦਿਆਂ ਆਉਂਦਿਆਂ ਦਰਸ਼ਨ ਕੀਤੇ ਨੇ, ਬੜਾ ਮਨ ਖੁਸ਼ ਹੋਇਆ, ਪ੍ਰਸੰਨ ਹੋਇਆ। ਮੈਂ ਸੰਖੇਪ ਦੇ ਵਿੱਚ ਇਤਿਹਾਸ ਦੀ ਇਸ ਘਟਨਾ ਦਾ ਆਪ ਜੀ ਦੇ ਨਾਲ ਜ਼ਿਕਰ ਕਰਨਾ ਹੈ, ਕਿਉਂਕਿ ਆਪਾਂ ਬੜੀ ਵਾਰਾਂ ਇਤਿਹਾਸ ਨੂੰ ਸੁਣਿਆ, ਪਰ ਉਸ ਨੂੰ ਆਪਾਂ ਸਮਝ ਕੇ ਉਹਦੇ ਵਿੱਚੋਂ ਕੁਝ ਸਿੱਖਣ ਦਾ ਯਤਨ ਕਰੀਏ। ਮੈਂ ਅਕਸਰ ਇਸ ਗੱਲ ਦੀ ਬੇਨਤੀ ਕਰਿਆ ਕਰਦਾ ਵੀ ਬਾਣੀ ਤੇ ਇਤਿਹਾਸ ਇਹ ਮਹਿਜ਼ ਸੁਣਨਾ ਤੇ ਸੁਣਾਉਣਾ ਇਹ ਇੱਥੋਂ ਤੱਕ ਸੀਮਤ ਨਹੀਂ ਹੈ। ਇਸ ਨੂੰ ਆਪਣੇ ਜੀਵਨ ਦੇ ਅੰਦਰ ਆਪਾਂ ਐਕਸੈਪਟ ਕਰਨਾ ਹੈ, ਇੰਪਲੀਮੈਂਟ ਕਰਨਾ ਹੈ। ਸੋ ਭਾਈ ਤੀਰਥਾ ਜੀ ਦਾ ਮਨ ਜਿਹੜਾ ਹੈ ਉਹ ਬੜਾ ਪ੍ਰਸੰਨ ਹੋਇਆ। ਗੁਰੂ ਅਰਜਨ ਸਾਹਿਬ ਜੀ ਨੂੰ ਕਹਿਣ ਲੱਗੇ ਮੈਂ ਵੀ ਸਿੱਖੀ ਧਾਰਨ ਕਰਨੀ ਹੈ। ਤੇ ਸਤਿਗੁਰੂ ਜੀ ਕਹਿੰਦੇ ਵੀ ਪੁਰਖਾ ਸਿੱਖੀ ਤੇ ਸਿੱਖੀ ਨਹੀਂ ਟਿਕਦੀ। ਘਰ ਹੁੰਦੇ ਨੇ, ਪੀਰ ਦੀ ਮੜੀ ਜਿਹੜੀ ਘਰ ਬਣੀ ਹੈ ਉਹ ਢਾਹ ਦਿੰਦੇ ਨੇ। ਵੇਖੋ, ਇੱਕੋ ਵਾਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੂੰ ਮਿਲੇ ਨੇ, ਇੱਕੋ ਵਾਰੀ ਦੇ ਵਿੱਚ ਉਹਨਾਂ ਨੇ ਆਪਣੇ ਘਰ ਦੇ ਅੰਦਰ ਜਿਹੜੇ ਕਰਮ ਕਾਂਡ ਹੋ ਰਹੇ ਨੇ ਉਹਨਾਂ ਕਰਮ ਕਾਂਡਾਂ ਨੂੰ ਤਿਲਾਂਜਲੀ ਦੇ ਦਿੱਤੀ ਹੈ, ਉਹਨਾਂ ਨੇ ਖਤਮ ਕਰ ਦਿੱਤੇ ਨੇ। ਪਰ ਇੱਥੇ ਅਸੀਂ ਪਤਾ ਨਹੀਂ ਕਿੰਨੀ ਕੁ ਵਾਰੀ ਗੁਰੂ ਨੂੰ ਮਿਲੇ ਆ, ਕਿੰਨੀ ਕੁ ਵਾਰੀ ਦਰਸ਼ਨ ਕਰਨ। ਕਈ ਤਾਂ ਐਸੇ ਨੇ ਸ਼ਾਮ ਸਵੇਰੇ ਉਹ ਗੁਰਦੁਆਰੇ ਆਉਂਦੇ ਨੇ, ਵਧੀਆ ਗੱਲ ਹੈ, ਮੁਬਾਰਕ ਹੈ, ਆਉਣਾ ਚਾਹੀਦਾ ਹੈ। ਪਰ ਕੀ ਅਸੀਂ ਆਪਣੇ ਜੀਵਨ ਚੋਂ, ਆਪਣਿਆਂ ਘਰਾਂ ਚੋਂ ਕਰਮ ਕਾਂਡ ਜਿਹੜਾ ਹੈ ਇਹ ਖਤਮ ਕਰ ਦਿੱਤਾ ਹੈ? ਕਿ ਭਾਈ ਮੰਝ ਜੀ ਵਾਲੀ ਜ਼ਰੂਰਤ ਸਾਡੇ ਅੰਦਰ ਹੈ ਵੀ ਸਾਡੇ ਘਰ ਦੇ ਵਿੱਚ ਕਿਸੇ ਪੀਰ ਦਾ ਦੀਵਾ ਜਾਗ ਰਿਹਾ ਹੋਵੇ, ਸਾਡੇ ਘਰ ਦੇ ਵਿੱਚ ਕਿਸੇ ਕਰਮ ਕਾਂਡ ਨੂੰ ਪਹਿਲ ਦਿੱਤੀ ਜਾ ਰਹੀ ਹੋਵੇ, ਕਿਸੇ ਵਹਿਮ ਭਰਮ ਦੀ ਪੂਜਾ ਹੋ ਰਹੀ ਹੋਵੇ, ਤੇ ਅਸੀਂ ਆਪਣੇ ਘਰ ਦੇ ਵਿੱਚੋਂ ਉਸ ਪੂਜਾ ਨੂੰ ਬੰਦ ਕਰ ਦਈਏ ਵੀ ਨਹੀਂ। ਮੈਂ ਭਾਈ ਮੰਝ ਜੀ ਦਾ ਇਤਿਹਾਸ ਸੁਣਿਆ, ਉਹ ਇੱਕ ਵਾਰੀ ਗੁਰੂ ਅਰਜਨ ਸਾਹਿਬ ਜੀ ਨੂੰ ਮਿਲੇ ਨੇ ਤੇ ਉਹਨਾਂ ਨੇ ਆਪਣੇ ਘਰ ਦੇ ਵਿੱਚ ਜਾ ਕੇ ਉਹ ਪੀਰਖਾਨਾ ਢਾਹ ਦਿੱਤਾ। ਮੈਂ ਤਾਂ ਪਤਾ ਨਹੀਂ ਕਿੰਨੀ ਕੁ ਵਾਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੇ ਸ਼ਹੀਦੀ ਪੁਰਬ ਮਨਾਏ, ਮੈਂ ਤਾਂ ਪਤਾ ਨਹੀਂ ਕਿੰਨੀ ਕੁ ਵਾਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੇ ਸ਼ਹੀਦੀ ਪੁਰਬ ਮਨਾਏ। ਮੈਂ ਛਬੀਲਾਂ ਬੜੀਆਂ ਲਾ ਦਿੱਤੀਆਂ, ਮੈਂ ਛੋਲਿਆਂ ਦੇ ਪ੍ਰਸ਼ਾਦ ਬੜੇ ਵਰਤਾ ਦਿੱਤੇ। ਮੈਂ ਪੜ੍ਹਿਆ ਜਗ ਔਰ ਨਾ ਯਾਹੇ ਮਹਾਤਮ ਮੈਂ, ਅਵਤਾਰ ਉਜਾਗਰ ਆਨ ਕੀਓ। ਮੈਂ ਪੜ੍ਹਦਾ ਰਿਹਾ,
ਪਰ ਮੇਰੇ ਅੰਦਰ ਉਹੀ ਹਨੇਰਾ ਜਿਹੜਾ ਸੀ ਉਹ ਬਣਿਆ ਰਿਹਾ। ਭਾਵੇਂ ਮੈਂ ਸ਼ਹੀਦੀ ਪੁਰਬ ਬੜੇ ਮਨਾਏ, ਮੈਂ ਗੁਰਪੁਰਬ ਬੜੇ ਮਨਾਏ, ਮੈਂ ਬੜੀ ਵਾਰੀ ਗੁਰਦੁਆਰੇ ਗਿਆ, ਪਰ ਮੇਰੇ ਅੰਦਰ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦਾ ਉਹ ਚਾਨਣ ਨਾ ਹੋ ਸਕਿਆ, ਮੇਰੇ ਅੰਦਰ ਉਹ ਬਖਸ਼ਿਸ਼ ਨਾ ਹੋ ਸਕੀ। ਖੈਰ, ਜਦੋਂ ਪੀਰਖਾਨਾ ਢਾਹ ਦਿੱਤਾ ਇਹਨਾਂ ਘਰੋਂ, ਜਿਹੜੇ ਸਖੀ ਸਰਵਰੀਏ ਨੂੰ ਮੰਨਣ ਵਾਲੇ ਸਨ, ਜਿਹੜੇ ਕੁਝ ਦਿਨ ਪਹਿਲਾਂ ਭਾਈ ਮੰਝ ਜੀ ਦਾ ਬੜਾ ਸਤਿਕਾਰ ਕਰਦੇ ਸਨ, ਉਹ ਭਾਈ ਮੰਝ ਜੀ ਦੇ ਵਿਰੋਧ 'ਚ ਖੜੇ ਹੋ ਗਏ। ਉਹ ਸਖੀ ਸਰਵਰੀਆਂ ਦੇ ਹੋਰ ਪੁਜਾਰੀ, ਹੋਰ ਉਪਾਸ਼ਕ ਜਿਹੜੇ ਸਨ, ਉਹ ਭਾਈ ਮੰਝ ਜੀ ਦੇ ਵਿਰੋਧ 'ਚ ਖੜੇ ਹੋ ਗਏ। ਹਾਲਾਤ ਬੜੀ ਪਤਲੀ ਬਣ ਗਈ, ਆਰਥਿਕ ਪੱਖੋਂ ਵੀ, ਸਮਾਜਿਕ ਪੱਖੋਂ ਵੀ, ਹਰ ਪੱਖ ਤੋਂ। ਪਰ ਆਨੰਦ ਸਿੱਖੀ ਦੇ ਵਿੱਚੋਂ ਆਇਆ ਹੈ। ਗੁਰੂ ਦੇ ਕੋਲੋਂ ਜਾ ਕੇ ਉਹਨਾਂ ਨੇ ਉਸ ਆਨੰਦ ਨੂੰ ਜਾਣ ਲਿਆ ਹੈ। ਉਹਨਾਂ ਨੇ ਇਸ ਗੱਲ ਦੀ ਪਰਵਾਹ ਨਹੀਂ ਕੀਤੀ। ਇੱਕ ਦਿਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਪੁੱਛਦੇ ਨੇ, ਮੰਝ ਜੀ, ਚੰਗੇ ਭਲੇ ਇਲਾਕੇ ਦੇ ਚੌਧਰੀ ਸੋ, ਸਭ ਕੁਝ ਤੁਹਾਡਾ ਸੈੱਟ ਸੀ, ਸਭ ਕੁਝ ਵਧੀਆ ਚੱਲ ਰਿਹਾ ਸੀ, ਤੁਸੀਂ ਸਿੱਖੀ ਦੇ ਵਿੱਚੋਂ ਕੀ ਖੱਟਿਆ? ਪਹਿਲਾਂ ਲੋਕ ਤੁਹਾਡਾ ਸਤਿਕਾਰ ਕਰਦੇ ਸਨ, ਹੁਣ ਵਿਰੋਧ ਕਰਦੇ ਨੇ। ਪਹਿਲਾਂ ਤੁਸੀਂ ਇਲਾਕੇ ਦੇ ਚੌਧਰੀ ਸੋ, ਹੁਣ ਇੱਕ ਆਮ ਜਿਹੇ ਇਨਸਾਨ ਹੋ। ਪਹਿਲਾਂ ਘਰ ਦੇ ਵਿੱਚ ਬੜੀ ਖੁਸ਼ਹਾਲੀ ਸੀ, ਹੁਣ ਆਰਥਿਕ ਪੱਖੋਂ ਵੀ ਬੜੀ ਤੰਗੀ ਰਹਿੰਦੀ ਹੈ। ਤੁਸੀਂ ਸਿੱਖੀ ਦੇ ਵਿੱਚੋਂ ਕੀ ਪ੍ਰਾਪਤ ਕੀਤਾ? ਤੇ ਸਾਧ ਸੰਗਤ ਜੀ, ਉੱਥੇ ਭਾਈ ਮੰਝ ਜੀ ਨੇ ਜਿਹੜਾ ਜਵਾਬ ਦਿੱਤਾ ਸੀ ਨਾ, ਕਾਸ਼ ਅੱਜ ਸਾਡੇ ਸਿੱਖਾਂ ਨੂੰ ਇਸ ਗੱਲ ਦੀ ਸਮਝ ਆ ਜਾਵੇ। ਅੱਜ ਸਾਡੇ ਜੀਵਨ ਦੇ ਅੰਦਰ ਪਦਾਰਥਵਾਦ ਭਾਰੂ ਹੋ ਚੁੱਕਾ ਹੈ, ਜਿਹਦਾ ਸਦਕਾ ਸਾਡੀ ਇਹ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਮੇਰੀ ਜ਼ਿੰਦਗੀ ਦੇ ਅੰਦਰ ਪਦਾਰਥ ਵੱਧ ਤੋਂ ਵੱਧ ਆ ਜਾਣ, ਸਿੱਖੀ ਭਾਵੇਂ ਰਵੇ ਤੇ ਭਾਵੇਂ ਨਾ ਰਵੇ। ਆਪਾਂ ਵੇਖਦੇ ਹਾਂ ਕਿਵੇਂ ਸਾਡੇ ਨੌਜਵਾਨ, ਜਦੋਂ ਉਹ, ਹੁਣ ਤਾਂ ਖੈਰ ਬੜਾ ਫਰਕ ਪੈ ਗਿਆ, ਨਹੀਂ ਤਾਂ ਪਿੱਛੇ ਜੇ ਇੱਕ ਲਹਿਰ ਚੱਲੀ ਸੀ ਵੀ ਜਿਹੜਾ ਨੌਜਵਾਨ ਉਹ ਫੌਰਨ ਜਾਂਦਾ ਸੀ, 2 ਕੁ ਮਹੀਨੇ ਬਾਅਦ ਪਤਾ ਲੱਗਦਾ ਸੀ ਵੀ ਉਹਨੇ ਕੇਸ ਕਤਲ ਕਰਾ ਲਏ ਨੇ। ਹੁਣ ਤਾਂ ਬੜੀ ਬਖਸ਼ਿਸ਼ ਹੈ ਇਹ ਪ੍ਰਚਾਰ ਦਾ, ਇਹ ਜੋ ਸੋਸ਼ਲ ਮੀਡੀਆ, ਇੰਟਰਨੈਟ ਦਾ ਬੜਾ ਪ੍ਰਭਾਵ ਪਿਆ ਹੈ ਨੌਜਵਾਨਾਂ ਦੇ ਉੱਤੇ, ਵੀ ਨੌਜਵਾਨ ਅੱਜ ਉਹ ਕਥਾ ਦੇ ਰਾਹੀਂ, ਕੀਰਤਨ ਦੇ ਰਾਹੀਂ, ਹੋਰ ਪ੍ਰਚਾਰ ਦੇ ਸਾਧਨਾਂ ਦੇ ਰਾਹੀਂ ਉਹ ਸਿੱਖੀ ਦੇ ਨਾਲ ਜੁੜ ਰਹੇ ਨੇ। ਸੋ ਸਤਿਗੁਰੂ ਜੀ ਕਹਿੰਦੇ ਨੇ, ਭਾਈ ਮੰਝ ਜੀ ਤੁਸੀਂ ਕੀ ਪ੍ਰਾਪਤ ਕੀਤਾ ਹੈ, ਕੀ ਖੱਟਿਆ ਸਿੱਖੀ ਚੋਂ? ਤੇ ਭਾਈ ਮੰਝ ਜੀ ਦਾ ਉੱਥੇ ਜਵਾਬ ਹੈ, ਉਹ ਕਹਿੰਦੇ, ਸਤਿਗੁਰੂ, ਜਿਹੜਾ ਆਨੰਦ ਤੁਹਾਡੀ ਸਿੱਖੀ ਨੂੰ ਮੈਂ ਪ੍ਰਾਪਤ ਕਰਕੇ ਪਾਇਆ ਹੈ ਨਾ, ਉਹ ਆਨੰਦ ਤਾਂ ਮੈਨੂੰ ਨਾ ਚੌਧਰਪੁਣੇ ਦੇ ਵਿੱਚੋਂ ਮਿਲਿਆ, ਉਹ ਆਨੰਦ ਨਾ ਕਿਸੇ ਪਦਾਰਥਾਂ ਦੇ ਵਿੱਚੋਂ ਮਿਲਿਆ, ਉਹ ਨਾ ਆਨੰਦ ਨਾ ਤਾਂ ਮੈਨੂੰ ਉਹ ਲੋਕਾਂ ਦੀ ਮਿਲ ਰਹੀ ਝੂਠੀ ਵਾਹ ਦੇ ਵਿੱਚੋਂ ਮਿਲਿਆ, ਤੇ ਉਹ ਆਨੰਦ ਨਾ ਮੈਨੂੰ 36 ਪ੍ਰਕਾਰ ਦੇ ਖਾਣਿਆਂ ਦੇ ਵਿੱਚੋਂ ਮਿਲਿਆ। ਭਾਵੇਂ ਮੇਰੇ ਘਰ 'ਚ ਕਿਸੇ ਗੱਲ ਦੀ ਕਮੀ ਨਹੀਂ ਸੀ ਉਸ ਵੇਲੇ, ਪਰ ਆਹ ਆਨੰਦ ਮੇਰੇ ਘਰ 'ਚ ਉਦੋਂ ਨਹੀਂ ਸੀ ਜਿਹੜਾ ਆਨੰਦ ਹੁਣ ਸਤਿਗੁਰੂ ਤੋਂ ਮੈਨੂੰ ਦੇ ਦਿੱਤਾ ਹੈ। ਜਿਹੜੀ ਪ੍ਰਸੰਨਤਾ, ਜਿਹੜੀ ਖੁਸ਼ੀ ਹੁਣ ਮੈਨੂੰ ਮਿਲੀ ਹੈ ਨਾ, ਉਹ ਉਦੋਂ ਮੇਰੇ ਘਰ 'ਚ ਉਦੋਂ ਨਹੀਂ ਸੀ, ਭਾਵੇਂ ਮੇਰੇ ਘਰ 'ਚ ਉਦੋਂ ਸਭ ਕੁਝ ਹੀ ਸੀ। ਸੋ ਸਤਿਗੁਰੂ ਜੀ ਕਹਿੰਦੇ ਨੇ, ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਇਹ ਆਨੰਦ ਗੁਰੂ ਦੇ ਕੋਲੋਂ ਸਮਝਿਆ ਜਾ ਸਕਦਾ ਹੈ। ਜਾਣਿਆ ਆਨੰਦ ਸਦਾ ਗੁਰੂ ਤੇ, ਕਿਰਪਾ ਕਰੇ ਪਿਆਰਿਆ। ਹੇ ਪਿਆਰੇ, ਸਤਿਗੁਰੂ ਜੀ ਵੇਖੋ ਸੰਬੋਧਨ ਕਰ ਰਹੇ ਨੇ ਸਾਨੂੰ, ਹੇ ਮੇਰੇ ਪਿਆਰੇ। ਸਤਿਗੁਰੂ ਜੀ ਕਹਿਣ ਲੱਗੇ, ਹੇ ਪਿਆਰੇ ਭਾਈ, ਜਿਹਦੇ ਉੱਤੇ ਕਿਰਪਾ ਕਰਦਾ ਹੈ ਨਾ ਗੁਰੂ, ਬਖਸ਼ਿਸ਼ ਕਰਦਾ ਹੈ, ਫਿਰ ਉਹਨੇ ਸਦਾ ਹੀ ਇਸ ਆਨੰਦ ਨੂੰ ਆਪਣੇ ਜੀਵਨ ਦੇ ਅੰਦਰ ਵਸਾ ਲਿਆ ਹੈ, ਸਦਾ ਹੀ ਆਨੰਦ ਨੂੰ ਮਾਣਿਆ ਹੈ। ਫਿਰ ਉਹਨਾਂ ਦੇ ਜੀਵਨ 'ਚ ਜਿਹੋ ਜਿਹੇ ਮਰਜ਼ੀ ਹਾਲਾਤ ਬਣ ਜਾਣ, ਉਹ ਹਮੇਸ਼ਾ ਹੀ ਇਹ ਗੱਲ ਕਹਿੰਦੇ ਨੇ, ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਆਪਾਂ ਉਹ ਪੜ੍ਹਦੇ ਆ ਨਾ ਇਤਿਹਾਸ ਦੇ ਪੰਨੇ, ਜਦੋਂ ਨਾਦਰ ਸ਼ਾਹ ਜ਼ਕਰੀਆ ਖਾਨ ਨੂੰ ਪੁੱਛਦਾ ਹੈ ਸਿੱਖਾਂ ਦੇ ਬਾਰੇ, ਤੇ ਸਰਦਾਰ ਰਤਨ ਸਿੰਘ ਭੰਗੂ ਇਹ ਗੱਲ ਕਹਿੰਦੇ ਨੇ, ਸਿੰਘ ਸਿੰਘਣੀ ਜਬ ਮਰ ਜਾਏ ਹੈ, ਬਨਤ ਹਲਵਾ ਤੁਰੰਤ ਬਟੇ ਹੈ।
ਵੀ ਇਹ ਹਮੇਸ਼ਾ ਹੀ ਆਨੰਦ ਦੇ ਵਿੱਚ ਰਹਿੰਦੇ ਨੇ। ਭਾਵੇਂ ਇਹਨਾਂ ਦੇ ਘਰ ਕੋਈ ਗਮੀ ਦਾ ਮਾਹੌਲ ਹੈ ਤੇ ਭਾਵੇਂ ਖੁਸ਼ੀ ਦਾ ਮਾਹੌਲ ਹੈ, ਇਹ ਮਿੱਠਾ ਕੜਾਹ ਪ੍ਰਸ਼ਾਦ ਬਣਾ ਕੇ ਇਹ ਮਿੱਠਾ ਖਾਂਦੇ ਨੇ। ਸਿੱਖਾਂ ਦੀ ਗੱਲ ਕਰ ਰਿਹਾ, ਇਹ ਮਿੱਠਾ ਛਕਦੇ ਨੇ ਤੇ ਹਮੇਸ਼ਾ ਹੀ ਆਨੰਦ ਦੀ ਬਾਣੀ ਪੜ੍ਹਦੇ ਨੇ, ਭਾਵੇਂ ਖੁਸ਼ੀ ਦੀ ਗੱਲ ਹੈ ਤੇ ਭਾਵੇਂ ਗਮੀ ਦੀ ਗੱਲ ਹੈ, ਜਿਹੜੀ ਹਮੇਸ਼ਾ ਇਹਨਾਂ ਨੂੰ ਆਨੰਦ ਦੇ ਵਿੱਚ ਰੱਖਦੀ ਹੈ। ਸੋ ਸਤਿਗੁਰੂ ਜੀ ਕਹਿੰਦੇ ਨੇ, ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲਵਿਖ ਕੱਟੇ। ਗੁਰੂ ਨੇ ਕਿਰਪਾ ਕਰਕੇ ਇਹਦੇ ਅੰਦਰੋਂ ਸਾਰੇ ਪਾਪ ਜਿਹੜੇ ਸਨ ਨਾ ਉਹ ਕੱਟ ਦਿੱਤੇ, ਖਤਮ ਕਰ ਦਿੱਤੇ। ਕਿਉਂ? ਕਿਉਂਕਿ ਹੁਣ ਆਨੰਦ ਦੇ ਦਿੱਤਾ ਗੁਰੂ ਨੇ ਕਿਰਪਾ ਕਰਕੇ। ਜਿੱਦਣ ਆਨੰਦ ਆ ਗਿਆ, ਪ੍ਰਸੰਨਤਾ ਆ ਗਈ, ਉਦਣ ਇਹ ਪਾਪ ਜਿਹੜੇ ਨੇ ਉਹ ਜੀਵਨ ਦੇ ਵਿੱਚੋਂ ਖਤਮ ਹੋ ਜਾਣਗੇ। ਅਜੇ ਪ੍ਰਸੰਨਤਾ ਨਹੀਂ ਹੈ, ਅਜੇ ਗਵਾਂਢੀ ਕੋਈ ਨਵੀਂ ਚੀਜ਼ ਲੈ ਕੇ ਆ ਜਾਂਦਾ ਹੈ, ਸਕਾ ਭਰਾ ਕੋਈ ਨਵੀਂ ਚੀਜ਼ ਲੈ ਕੇ ਆ ਜਾਂਦਾ ਹੈ ਤੇ ਮਨ ਪ੍ਰਸੰਨ ਨਹੀਂ ਹੁੰਦਾ, ਬਲਕਿ ਮਨ ਸੜ ਜਾਂਦਾ ਹੈ, ਈਰਖਾ ਦੇ ਵਿੱਚ ਆ ਜਾਂਦਾ ਤੇ ਈਰਖਾਵਸ ਹੋਇਆ ਉਹ ਪਾਪ ਕਰਦਾ ਹੈ। ਸਤਿਗੁਰੂ ਜੀ ਕਹਿਣ ਲੱਗੇ, ਹੁਣ ਗੁਰੂ ਨੇ ਸਾਰੇ ਪਾਪ ਖਤਮ ਕਰ ਦਿੱਤੇ, ਕਿਉਂਕਿ ਆਨੰਦ ਆ ਗਿਆ, ਪ੍ਰਸੰਨਤਾ ਆ ਗਈ ਹੈ। ਹੁਣ ਗਵਾਂਢੀ ਵੀ ਕੋਈ ਨਵੀਂ ਚੀਜ਼ ਲੈ ਕੇ ਆਉਂਦਾ ਹੈ ਤੇ ਹੁਣ ਮਨ 'ਚ ਈਰਖਾ ਨਹੀਂ ਹੁੰਦੀ, ਹੁਣ ਮਨ ਪ੍ਰਸੰਨ ਹੁੰਦਾ ਵੀ ਵਧੀਆ ਭਰਾ ਤੂੰ ਲੈ ਆਇਆ, ਕੋਈ ਗੱਲ ਨਹੀਂ, ਅਸੀਂ ਵੀ ਕਦੇ ਵਰਤ ਲਵਾਂਗੇ, ਅਸੀਂ ਵੀ ਕਦੇ ਯੂਜ਼ ਕਰ ਲਵਾਂਗੇ, ਤੇਰੀ ਲਿਆਂਦੀ ਚੀਜ਼ ਮੁਬਾਰਕ ਹੈ, ਬੜੀ ਖੁਸ਼ੀ ਹੋਈ ਹੈ ਸਾਨੂੰ। ਸੋ ਸਤਿਗੁਰੂ ਜੀ ਕਹਿੰਦੇ ਨੇ, ਗਿਆਨ ਅੰਜਨ ਸਾਰਿਆ, ਤੇ ਗੁਰੂ ਉਹਨਾਂ ਦੀਆਂ ਅੱਖਾਂ ਦੇ ਵਿੱਚ, ਮਨ ਦੀਆਂ ਅੱਖਾਂ ਦੇ ਵਿੱਚ, ਆਤਮਿਕ ਅੱਖਾਂ ਦੇ ਵਿੱਚ ਗਿਆਨ ਦਾ ਸੁਰਮਾ ਪਾਉਂਦਾ ਹੈ। ਤੇ ਸਤਿਗੁਰੂ ਜੀ ਕਹਿਣ ਲੱਗੇ, ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚੇ ਸਵਾਰਿਆ। ਫਿਰ ਜਦੋਂ ਗਿਆਨ ਦਾ ਸੁਰਮਾ ਉਹਨਾਂ ਦੀਆਂ ਅੱਖਾਂ ਦੇ ਵਿੱਚ ਪੈਂਦਾ ਹੈ ਤੇ ਮੋਹ ਦਾ ਉਹ ਜਿਹੜਾ ਬੰਨ ਸੀ ਉਹਨਾਂ ਦੇ ਅੰਦਰੋਂ ਟੁੱਟ ਜਾਂਦਾ ਹੈ, ਖਤਮ ਹੋ ਜਾਂਦਾ ਹੈ। ਉਹਨਾਂ ਦੇ ਹਰ ਇੱਕ ਬੋਲ ਨੂੰ ਗੁਰੂ ਸਵਾਰ ਦਿੰਦਾ ਹੈ। ਉਹਨਾਂ ਦੀ ਬੋਲੀ ਜੇ ਅੰਦਰ ਮਿਠਾਸ ਆ ਜਾਂਦੀ ਹੈ, ਉਹਨਾਂ ਦੀ ਬੋਲੀ ਜਿਹੜੀ ਹੈ ਉਹ ਮਿੱਠੀ ਹੋ ਜਾਂਦੀ ਹੈ। ਫਿਰ ਉਹਨਾਂ ਦੇ ਜੀਵਨ ਦੇ ਵਿੱਚ ਈਰਖਾ ਵਾਲੇ ਬੋਲ ਨਹੀਂ, ਦਵੈਸ਼ ਵਾਲੇ ਬੋਲ ਨਹੀਂ। ਤੇ ਸਤਿਗੁਰੂ ਜੀ ਅਖੀਰ ਤੇ ਕਹਿੰਦੇ ਨੇ, ਕਹਿ ਨਾਨਕ ਇਹ ਆਨੰਦ ਹੈ, ਆਨੰਦ ਗੁਰੂ ਤੇ ਜਾਣਿਆ, ਆਨੰਦ ਗੁਰੂ ਤੇ ਜਾਣਿਆ। ਸਤਿਗੁਰੂ ਜੀ ਕਹਿਣ ਲੱਗੇ, ਨਾਨਕ ਇਹ ਗੱਲ ਆਖ, ਆਹੀ ਜ਼ਿੰਦਗੀ ਦਾ ਆਨੰਦ ਹੈ। ਕਿਹੜਾ ਆਨੰਦ ਜੀ? ਈਰਖਾ ਖਤਮ ਹੋ ਜਾਵੇ, ਪਾਪ ਕੱਟੇ ਜਾਣ, ਇਨ੍ਹਾਂ ਅੱਖਾਂ ਦੇ ਅੰਦਰ ਗੁਰੂ ਦੇ ਗਿਆਨ ਦਾ ਸੁਰਮਾ ਪੈ ਜਾਵੇ, ਇੱਕ ਸਾਰਤਾ ਜੀਵਨ 'ਚ ਆ ਜਾਵੇ, ਸਾਰਿਆਂ ਦੇ ਵਿੱਚ ਰੱਬ ਦੀ ਇੱਕ ਜੋਤ ਸਾਨੂੰ ਨਜ਼ਰ ਆ ਜਾਵੇ। ਸਾਡੇ ਮਨ ਦੀਆਂ ਉਹ ਹੱਦਾਂ ਜਿਹੜੀਆਂ ਬਣੀਆਂ ਨੇ, ਜਿਹੜੀਆਂ ਅਸੀਂ ਲਕੀਰਾਂ ਖਿੱਚ ਦਿੱਤੀਆਂ ਨੇ ਕਿਸੇ ਦੇ ਜ਼ਾਤ ਧਰਮ ਤੇ ਮਜ਼ਹਬ ਨੂੰ ਲੈ ਕਰਕੇ, ਉਹ ਲਕੀਰਾਂ ਸਾਡੇ ਮਨਾਂ ਦੇ ਵਿੱਚੋਂ ਖਤਮ ਹੋ ਜਾਣ। ਤੇ ਸਤਿਗੁਰੂ ਜੀ ਕਹਿਣ ਲੱਗੇ, ਕਹਿ ਨਾਨਕ ਇਹ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਇਹੀ ਅਸਲ ਦੇ ਵਿੱਚ ਆਨੰਦ ਹੈ। ਜ਼ਿੰਦਗੀ 'ਚ ਮਿਠਾਸ ਆ ਜਾਣੀ, ਜ਼ਿੰਦਗੀ ਦੇ ਵਿੱਚੋਂ ਜੀਵਨ ਈਰਖਾ ਰਹਿਤ ਹੋ ਜਾਣਾ। ਤੇ ਸਤਿਗੁਰੂ ਜੀ ਕਹਿਣ ਲੱਗੇ, ਇਹ ਆਨੰਦ ਗੁਰੂ ਦੇ ਕੋਲੋਂ ਜਾਣਿਆ ਜਾ ਸਕਦਾ ਹੈ। ਗੁਰੂ ਨੇ ਤੈਨੂੰ ਇਹ ਗੱਲ ਸਮਝਾਉਣੀ ਹੈ, ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮਹਿ ਚਾਨਣ ਹੋਏ। ਗੁਰੂ ਨੇ ਤੈਨੂੰ ਇਹ ਗੱਲ ਸਮਝਾਉਣੀ ਹੈ, ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਗੁਰੂ ਨੇ ਤੈਨੂੰ ਇਹ ਗੱਲ ਸਮਝਾਉਣੀ ਹੈ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ। ਗੁਰੂ ਨੇ ਤੈਨੂੰ ਇਹ ਗੱਲ ਸਮਝਾਉਣੀ ਹੈ, ਇੱਕ ਫਿੱਕਾ ਨਾ ਗਲਾਏ, ਸਭਨਾ ਮੈਂ ਸੱਚਾ ਧਣੀ, ਹਿਆਉ ਨਾ ਕੇ ਹੀ ਠਾ, ਮਾਣਕ ਸਭ ਅਮੋਲਵੇ। ਸੋ ਆਓ ਗੁਰੂ ਕਿਰਪਾ ਕਰੇ, ਗੁਰੂ ਦੇ ਨਾਲ ਜੁੜ ਕੇ, ਗੁਰਬਾਣੀ ਨੂੰ ਸਮਝ ਕੇ ਇਸ ਆਨੰਦ ਨੂੰ ਆਪਣੇ ਜੀਵਨ ਦੇ ਵਿੱਚ ਪ੍ਰਾਪਤ ਕਰ ਸਕੀਏ। ਤੇ ਜਿੱਦਣ ਇਹ ਆਨੰਦ ਸਾਡੇ ਜੀਵਨ ਦੇ ਵਿੱਚ ਪ੍ਰਾਪਤ ਹੋ ਗਿਆ, ਫਿਰ ਸੱਚ ਜਾਣਿਓ, ਫਿਰ ਇਸ ਆਨੰਦ ਦੇ ਸਾਹਮਣੇ ਵੱਡੇ ਵੱਡੇ ਸੁੱਖ, ਵੱਡੇ ਵੱਡੇ ਆਰਾਮ ਜਿਹੜੇ ਨੇ ਉਹ ਸਾਨੂੰ ਫਿੱਕੇ ਲੱਗਣਗੇ। ਗੁਰੂ ਮਿਹਰਾਮਤ ਕਰਨ, ਬਾਣੀ ਨੂੰ ਪੜ੍ਹੀਏ, ਵਿਚਾਰੀਏ, ਤਾਂ ਕਿ ਸਾਡੇ ਵੀ ਹੋ ਸਕਣ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।